ਪੰਜਾਬ 'ਚ ਅੱਜਕੱਲ ਦੋ ਮੁੱਦੇ ਬਹੁਤ ਭਖਦੇ ਨਜ਼ਰ ਆ ਰਹੇ ਨੇ। ਇੱਕ ਤਾਂ ਸਿਆਸਤ ਹੈ ਕਿਉਂਕਿ ਹਰ ਵੇਲੇ ਭਖਦੀ ਰਹਿੰਦੀ, ਦੂਸਰਾ ਕਰੋਨਾ ਦਾ ਮੁੱਦਾ ਹੈ ਜਿਹਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਕੁਝ ਲੋਕ ਇੱਥੋਂ ਤੱਕ ਕਹਿ ਰਹੇ ਨੇ ਕਿ ਅੱਜਕੱਲ ਸਰਕਾਰੀ ਕਰੋਨਾ ਹੈ। ਤਾਂ ਸਾਡੇ ਨਾਲ ਸਾਂਸਦ ਗੁਰਜੀਤ ਔਜਲਾ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਰ, ਕਰੋਨਾ ਨੂੰ ਲੈ ਕੇ ਸਰਕਾਰ ਬਹੁਤ ਸਾਰੇ ਵੱਡੀਆਂ ਗੱਲਾਂ ਕਰ ਰਹੀ, ਕੇਂਦਰ ਵੀ ਕਰ ਰਹੀ ਹੈ ਕਿ ਤੁਹਾਡੀ ਕਾਂਗਰਸ ਸਰਕਾਰ ਵੀ ਬਹੁਤ ਸਾਰੀ ਗੱਲਾਂ ਕਰ ਰਹੀ ਹੈ, ਲੇਕਿਨ ਰੈਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਸੁਖਬੀਰ ਸਿੰਘ ਬਾਦਲ ਤੜਾਤੜ ਰੈਲੀਆਂ ਕਰ ਰਹੇ ਨੇ, क्या ਉੱਥੇ ਕਰੋਨਾ नहीं है? ਮੈਂ ਇਹੀ ਗੱਲ ਵੱਡੀ ਗੱਲ ਹੈ। ਦੇਖੋ, ਜਿਹੜੇ ਬੰਦੇ ਸਟੇਜਾਂ ਤੇ ਹੁੰਦੇ ਨੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸੁਖਬੀਰ ਬਾਦਲ ਹੁਣੀ ਇੱਕ ਵੱਡੀ ਧਿਰ ਆ ਪੰਜਾਬ ਦੀ। ਇਹਨਾਂ ਨੇ 10 ਸਾਲ ਰਾਜ ਵੀ ਰਹੇ, ਮੁੱਖ ਮੰਤਰੀ ਵੀ ਰਹੇ ਨੇ, 10 ਸਾਲ ਰਾਜ ਵੀ ਕੀਤਾ। ਕੀ ਰਾਜ ਦੀ ਇੰਨੀ ਲਾਲਸਾ ਤੁਹਾਡੀ ਵੱਧ ਗਈ ਹੈ ਜਿਹਦੇ ਇਲੈਕਸ਼ਨ 22 ਚ ਹੋਣੀ ਆ? ਲੋਕਾਂ ਨੂੰ ਕਿਉਂ ਬਿਮਾਰੀ ਵਾਲੇ ਬੰਨੇ ਝੋਕਦੇ ਜੇ ਤੁਸੀਂ? ਫਿਰ ਤੁਹਾਡੀ ਸਰਕਾਰ ਆ, ਦਿਓ ਪਰਚਾ। ਮੇਰੀ ਗੱਲ, ਮੈਂ ਉਹੀ ਗੱਲ ਕਹਿ ਰਿਹਾ। ਹੁਣ ਅਸੀਂ ਬੇਨਤੀ ਕੀਤੀ ਹੈ ਸੀਐਮ ਸਾਹਿਬ ਨੂੰ ਕਿ ਇਹ ਬਿਲਕੁਲ ਬੰਦ ਕਰਾਓ ਕਿਸੇ ਵੀ ਤਰੀਕੇ ਦੇ ਨਾਲ। ਜਿਹੜੀ ਵੇਖੋ ਅੱਜ ਮਸਲਾ ਇਸ ਗੱਲ ਦਾ ਆ ਕਿ ਅੱਜ ਤੁਹਾਨੂੰ ਆਪਣਾ ਫਿਕਰ ਕਰਨਾ ਪੈਣਾ, ਮੈਨੂੰ ਆਪਣਾ ਕਰਨਾ ਪੈਣਾ, ਮੈਨੂੰ ਆਪਣੇ ਪਰਿਵਾਰ ਦਾ ਕਰਨਾ ਪੈਣਾ, ਤੁਹਾਨੂੰ ਆਪਣੇ ਪਰਿਵਾਰ ਦਾ ਕਰਨਾ ਪੈਣਾ। ਆ ਮੇਰੇ ਨਾਲ ਗੱਡੀ 'ਚ 3 ਮੁੰਡੇ ਬੈਠੇ ਨੇ, ਚੌਥਾ ਮੈਂ ਆ। ਸਾਨੂੰ ਸਾਰਿਆਂ ਨੂੰ ਕਰੋਨਾ ਹੋ ਗਿਆ। ਆ ਹੁਣ 10-10 ਦਿਨ ਹੋਏ ਉੱਠ ਕੇ ਆਏ, ਵਿਚਾਰਾ ਕੋ ਤੁਰਿਆ ਨਹੀਂ ਜਾ ਰਿਹਾ। ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪੁੱਛ ਕੇ ਵੇਖੋ ਹਾਲਾਤ ਕੀ ਆ। ਸੋ ਇਹਦੇ 'ਚ ਮੈਂ ਤੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਬਿਲਕੁਲ ਇਹਨਾਂ ਦੇ ਉੱਤੇ ਅੰਕੁਸ਼, ਇਹਨਾਂ ਦੇ ਬੈਨ ਲਾਓ। ਪਰ ਉਹਦੇ ਤਰਾਤਰ ਕਰ ਰਹੇ ਨੇ। ਸੀਐਮ ਸਾਹਿਬ ਰੋਜ਼ ਬਿਆਨ ਦੇ ਰਹੇ, ਅਸੀਂ ਦੇਖਦੇ ਹਾਂ ਜੀ। ਉਹ ਕਹਿੰਦੇ ਮੈਂ ਸਖਤੀ ਕਰਾਂਗਾ, ਰਾਤੀ ਨਾਈਟ ਲਾਕਡਾਊਨ ਵੀ ਕਰਤਾ। ਪਰ ਕਾਰਨ ਕੀ ਹੈ? ਸਿਆਸੀ ਰੈਲੀਆਂ ਤੇ ਰੋਕ ਹੀ ਨਹੀਂ ਲੱਗਦੀ ਪਈ। ਹੁਣ ਗੱਲ ਕਰਾਂ, ਕਾਂਗਰਸ ਦੀ ਵੀ ਰੈਲੀ 9 ਤਰੀਕ ਨੂੰ ਆ ਰਹੀ ਹੈ। ਟਾਰੀ ਹਲਕੇ ਦੇ ਵਿੱਚ ਯੂਥ ਬ੍ਰਿਗੇਡ ਰੈਲੀ ਕੱਢ ਰਹੀ ਹੈ। ਅਸੀਂ ਉਹਨਾਂ ਨੂੰ ਕਵਾਂਗੇ, ਦੇਖੋ ਇਹਦਾ ਫਿਕਰ ਕਰੋ, ਇਹ ਬਹੁਤ ਜ਼ਰੂਰੀ ਹੈ। ਚਾਹੇ ਸਾਡੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਆਮ ਆਦਮੀ ਪਾਰਟੀ ਹੈ। ਜਾਨ ਨਾਲੋਂ ਕੋਈ ਚੰਗਾ ਨਹੀਂ। ਲੋਕਾਂ ਦੀ ਜਾਨ ਦੀ ਕੀਮਤ ਦੇ ਉੱਤੇ ਅਸੀਂ ਇਹ ਕੰਮ ਨਾ ਕਰੀਏ। ਲੋਕਾਂ ਦੀ ਜਾਨ ਸਾਨੂੰ ਜ਼ਰੂਰੀ ਹੈ। ਮੈਂ ਉਹੀ ਤਾਂ ਗੱਲ ਕਹਿ ਰਿਹਾ ਕਿ ਸਾਰਿਆਂ ਨੂੰ ਫਿਕਰ ਕਰਨਾ ਚਾਹੀਦਾ ਇਹਦੇ 'ਚ। ਇਕੱਲੇ ਇੱਕ ਦਾ ਫਿਕਰ ਨਹੀਂਗਾ। ਜੇ ਕੋਈ ਵਾਪਰਦਾ ਤੇ ਬਿਮਾਰੀ ਇਹ ਤੇ ਵਹਿੰਦੀ ਨਹੀਂ ਵੀ ਅਕਾਲੀ ਨੂੰ ਹੋਣ ਲੱਗੀ, ਕਿ ਕਾਂਗਰਸ ਨੂੰ ਹੋਣ ਲੱਗੀ, ਕਿ ਆਮ ਆਦਮੀ ਨੂੰ ਹੋਣ ਲੱਗੀ। ਉਹਨੇ ਤੇ ਬਿਮਾਰੀ ਨੇ ਤਾਂ ਆਪਣਾ ਰਸਤਾ ਅਖਤਿਆਰ ਕਰ ਲੈਣਾ। ਉਹਦਾ ਕਿਸੇ ਧਰਮ ਜਾਤ ਨਾਲ ਵਾਸਤਾ ਨਹੀਂ ਹੈਗਾ, ਕਿ ਪਾਰਟੀ ਨਾਲ ਨਹੀਂ ਵਾਸਤਾ ਹੈਗਾ। ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਕਿਸੇ ਧਰਮ ਜਾਤ ਨਾਲ ਦਾ ਵਾਸਤਾ ਨਹੀਂ ਹੈ। ਪਰ ਜਦੋਂ ਸਿਆਸੀ ਰੈਲੀਆਂ ਹੁੰਦੀਆਂ, ਜਿਹੜੇ ਆਮ ਲੋਕ ਉਹਨਾਂ ਨੇ ਵੀ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ, ਤੁਹਾਨੂੰ ਵੀ ਮੈਂਬਰ ਪਾਰਲੀਮੈਂਟ ਬਣਾਇਆ, 9 ਹਲਕਿਆਂ ਨੇ ਵੋਟਾਂ ਪਾਈਆਂ, ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੁਣ ਤੁਹਾਡੀ ਵੀ ਕਿ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ। ਪਰ ਰੈਲੀਆਂ ਤੇ ਸ਼ਰੇਆਮ ਹੋ ਰਹੀਆਂ, ਆਮ ਜਨਤਾ ਨੂੰ ਰਾਤੀ 9 ਵਜੇ ਡੱਕ ਦਿੱਤਾ ਜਾਂਦਾ। ਮੈਂ ਦੇਖੋ, ਮੈਂ ਇਹ ਕਹੂੰਗਾ, ਦੇਖੋ ਕਰੋਨਾ 'ਚ ਅੱਗੇ ਬੜੀ ਆਰਥਿਕਤਾ ਸਾਡੀ ਨੂੰ ਨੁਕਸਾਨ ਪਹੁੰਚਿਆ ਹੈ। ਲੋਕਾਂ ਦੀ ਹਾਲਤ ਜਿਹੜੀ ਕੋਈ ਏਡੀ ਵਧੀਆ ਨਹੀਂ ਗੀ, ਬਿਜ਼ਨਸ ਬਹੁਤ ਠੱਪ ਹੋਇਆ। ਸਾਡਾ ਅੰਮ੍ਰਿਤਸਰ ਦੀ ਗੱਲ ਕਰ ਲਓ, 600-700 ਹੋਟਲ ਹੈ, ਹੋਟਲ ਇੰਡਸਟਰੀ ਤਬਾਹ ਹੋ ਗਈ ਹੈ। ਉਹਦੀ ਨਾਲ ਦੀ ਨਾਲ ਉਹਦੇ ਨਾਲ ਕਿੰਨਾ ਕੁ ਜੁੜਿਆ। ਅਸੀਂ ਤੇ ਟੂਰਿਸਟ ਤੇ ਸਿਰ ਤੇ ਪਲਦੇ ਆ। ਸਾਡੇ ਤੇ ਟੂਰਿਸਟ ਕਰਕੇ ਕੰਮ ਚੱਲਦਾ ਅੰਮ੍ਰਿਤਸਰ ਸ਼ਹਿਰ ਦਾ, ਹੋਰ ਤੇ ਕੋਈ ਇੰਡਸਟਰੀ ਹੈ ਨਹੀਂ ਸਾਡੇ ਕੋਲ। ਟੂਰਿਸਟ ਤੇ ਬੰਦ ਕਰਤਾ ਰਾਤੀ 9 ਵਜੇ। ਉਹੀ ਮੈਂ ਤੈਨੂੰ ਗੱਲ ਕਹਿ ਰਿਹਾ ਨਾ ਕਿ ਸਾਡੀ ਮੁਸ਼ਕਲ ਕੁਝ ਹੋਰ ਹਿਸਾਬ ਦੀ ਆ। ਰਾਤ ਨਾਲੋਂ ਜਿਹੜਾ ਸਭ ਤੋਂ ਮੈਂ ਤੇ ਆਪ ਕਹੂੰਗਾ ਸਰਕਾਰ ਨੂੰ ਕਿ ਇਹਨਾਂ ਰੈਲੀਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਇੱਕ ਬੰਨੇ ਜੇ ਰੈਲੀ 50,000 ਬੰਦੇ ਦੀ ਹੋ ਰਹੀ ਹੈ ਤੇ 20 ਬੰਦੇ ਇਕੱਠੇ ਹੋਣ ਤੇ ਆਪਾਂ ਕਾਨੂੰਨ ਕਰ ਰਹੇ ਹਾਂ ਤੇ ਉਹ ਗਲਤ ਲੱਗਦਾ ਆ। ਅਸੀਂ ਬੇਨਤੀ ਕਰਾਂਗੇ, ਮੈਂ ਸੀਐਮ ਸਾਹਿਬ ਨੂੰ ਰਿਕੁਐਸਟ ਵੀ ਕੀਤੀ, ਮੇਰਾ ਖਿਆਲ 1-2 ਦਿਨਾਂ ਦੇ ਵਿੱਚ ਫੈਸਲਾ ਲੈਣਗੇ ਵੀ ਇੱਥੇ। ਵੱਡਾ ਗੱਲ ਨਾ ਕਿ ਆਮ ਬੰਦਾ ਤੇ ਜਾਵੇ ਤੇ ਉਹਦਾ ਚਲਾਨ ਵੀ ਹੈ ਸਭ। ਮੈਂ ਗੱਲ ਕਰ ਲਈ, ਹੁਣ ਮੈਨੂੰ ਤੁਸੀਂ ਕੀ ਕਹਾਉਣਾ ਚਾਹੁੰਦਾ ਮੈਂ ਬੋਲ ਦਿੰਦਾ। ਇਦਾਂ ਨਾ ਕਹੇ, ਦੇਖ ਅਸੀਂ ਜਿਹੜੀ ਗੱਲ ਤੇਰੇ ਸਾਹਮਣੇ ਮੰਨ ਰਹੇ ਆ ਵੀ ਜਿਹੜੀ ਗਲਤ ਹੈ ਉਹ ਗਲਤ ਆ। ਉਹਨੂੰ ਮੈਂ ਕਦੋਂ ਉਹਨੂੰ ਪ੍ਰੋੜਤਾ ਕਰ ਰਿਹਾ ਵੀ ਉਹ ਠੀਕ ਹੈ। ਹੁਣ ਡਾਇਰੈਕਟ ਆੜਤੀ ਹੁਣ ਜਿਹੜੇ ਕੱਢੇ ਜਾ ਰਹੇ ਨੇ, ਡਾਇਰੈਕਟ ਜਿਹੜੀ ਕਿਸਾਨਾਂ ਨੂੰ ਪੇਮੈਂਟ ਹੋ ਰਹੀ ਹੈ। ਕੇਂਦਰ ਸਰਕਾਰ ਕਹਿੰਦੀ ਜੀ ਅੱਜ ਤੱਕ 73 ਸਾਲ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲਿੱਤਾ ਗਿਆ ਸਟੈਪ ਹੈ। ਹਾਂ, ਪਹਿਲੀ ਵਾਰੀ ਆ। 300 ਕਿਸਾਨ ਸ਼ਹੀਦ ਹੋ ਗਿਆ ਹੱਕ ਮੰਗਦਾ, ਉਹ ਵੀ ਪਹਿਲੀ ਰੀ ਲਿਆ ਕੇਂਦਰ ਨੂੰ। ਉਹ ਕਿਉਂ ਨਹੀਂ ਦਿਖਦਾ? ਉਹ ਕਹਿੰਦੇ ਜਿਹੜੀ ਮੈਂ ਦੱਸਦਾ ਵੀ ਜਿਹੜੇ ਬਾਰਡਰਾਂ ਦੇ ਬੈਠੇ ਨੇ ਅੱਜ, ਸਾਨੂੰ ਅਸੀਂ ਵੀ 120 ਦਿਨ ਹੋ ਗਏ, ਅਸੀਂ ਵੀ ਧਰਨਾ ਜੰਤਰ ਮੰਤਰ ਤੇ ਲੱਗਾ। ਤੁਹਾਡੇ ਸਾਹਮਣੇ ਮੈਂ ਕਿੰਨੇ ਚਿਰ ਬਾਅਦ ਆਇਆ ਬਿਲਕੁਲ। ਮੈਂ ਮਤਲਬ ਕਿਤੇ ਕੋਈ ਐਮਰਜੈਂਸੀ ਹੋਵੇ ਇੱਕ ਦਿਨ ਵਾਸਤੇ ਹੁੰਨਾ, ਅਸੀਂ ਵੀ ਧਰਨਾ ਲਾ ਕੇ ਬੈਠੇ। ਕੇਂਦਰ ਨੂੰ ਉਹ ਵੀ ਕੇਂਦਰ ਸਰਕਾਰ ਵੇਖੇ ਨਾ ਵੀ ਇੰਨਾ ਵੱਡਾ ਐਜੀਟੇਸ਼ਨ ਦੇਸ਼ ਦੀ ਆਜ਼ਾਦੀ ਤੋਂ ਬਾਅਦ 73 ਸਾਲਾਂ 'ਚ ਕਦੀ ਨਹੀਂ ਹੋਇਆ ਜਿਹੜਾ ਐਤਕੀ ਚੱਲਣ ਡਿਆ। ਉਹ ਕਹਿੰਦੇ ਅਸੀਂ ਤੇ ਸਾਰੇ ਕਰ ਰਹੇ ਹਾਂ ਚੰਗੀਆਂ ਗੱਲਾਂ ਕਿ ਸਭ ਤੋਂ ਪਹਿਲੇ ਡਾਇਰੈਕਟ ਪੇਮੈਂਟ ਆਏਗੀ, ਉਹਦੇ ਨਾਲ ਕਿਸਾਨ ਖੁਸ਼ਹਾਲ ਹੋਏਗਾ, ਉਹਦੇ ਨਾਲ ਹੈਗਾ ਉਹ। ਦੇਖੋ, ਇਹ ਗੱਲਾਂ ਨਾ ਸਮੀਤ ਜੀ ਅਸੀਂ ਵੀ ਰਿਕੁਐਸਟ ਕੀਤੀ ਸੀ ਕਿ ਜੇ ਤੁਹਾਨੂੰ ਬਹੁਤੀਆਂ ਚੰਗੀਆਂ ਗੱਲਾਂ ਨੇ, ਤੁਹਾਡੇ ਜਿਹੜੇ ਆਪਣੇ ਸ਼ਾਸਿਤ ਪ੍ਰਦੇਸ਼ ਨੇ, ਤੁਸੀਂ ਉੱਥੇ ਕਰਕੇ ਵੇਖ ਲਓ ਨਾ। ਤੁਸੀਂ ਮਾਡਲ ਕਰ ਲਿਓ ਨਾ ਤਿਆਰ। ਇੱਕ ਯੂਪੀ ਦਾ ਮਾਡਲ ਤਿਆਰ ਕਰੋ। ਯੂਪੀ ਦੇ ਮਤਲਬ ਹਾਲਤ ਹੀ ਕਿਸਾਨਾਂ ਦੀ ਵੇਖੋ ਕੀ ਹਾਲ ਆ। ਜਿਹੜਾ ਬਿਹਾਰ ਆ, ਜਿੱਥੇ APMC ਐਕਟ ਇਹਨਾਂ ਨੇ ਖਤਮ ਕੀਤਾ ਆ, ਉੱਥੇ ਹਾਲਤ ਵੇਖ ਲਓ ਕੀ। ਉਹਦਾ ਝੋਨਾ ਇੱਥੇ ਪੰਜਾਬ 'ਚ ਵਿਕਣ ਆਉਂਦਾ। ਤੁਸੀਂ ਜਿੱਥੇ ਤੁਸੀਂ ਇਹ ਚੀਜ਼ਾਂ ਕੀਤੀਆਂ ਨੇ, ਉਹਦਾ ਕਿਸਾਨ ਤੇ ਅਜੇ ਤੱਕ ਠੀਕ ਨਹੀਂ ਹੋਇਆ। ਸੁਪਨੇ ਕਿਉਂ ਵਿਖਾਉਂਦੇ ਜੇ ਤੁਸੀਂ ਤਾਂ ਕਿਹਾ 15 ਲੱਖ ਵੀ ਆਊਗਾ, ਤੁਸੀਂ ਤਾਂ ਕਿਹਾ 2 ਕਰੋੜ ਨੌਕਰੀ ਵੀ ਦੇਵਾਂਗੇ। ਕਹਿਣ ਨੂੰ ਤੁਸੀਂ ਜੋ ਮਰਜ਼ੀ ਕਹੀ ਜਾਓਗੇ, ਕਹਿਣਾ ਹਕੀਕਤ ਨਹੀਂ ਹੈਗਾ। ਦੂਜੀ ਗੱਲ ਆ, ਸਾਨੂੰ ਦੇਸ਼ ਨੂੰ ਚਲਾਉਣ ਵਾਸਤੇ ਕਨਸਟੀਟਿਊਸ਼ਨ ਹੈਗਾ, ਸੰਵਿਧਾਨ ਹੈਗਾ। ਤੁਸੀਂ ਸੰਵਿਧਾਨ ਨੂੰ ਕਿਉਂ ਨਹੀਂ ਮੰਨਦੇ? ਜੇ ਸੰਵਿਧਾਨਿਕ ਰਾਈਟ ਕਿਉਂ ਖੋਹਦੇ ਜੀ? ਜੇ ਸੰਵਿਧਾਨ ਨੇ ਰਾਈਟ ਦਿੱਤਾ ਸਾਨੂੰ, ਲੋਕ ਸਭਾ 'ਚ ਚੁਣਿਆ, ਅਸੀਂ ਬਿੱਲ ਲੈ ਕੇ ਕਿਸਾਨਾਂ ਦਾ ਭਲਾ ਕਰ ਰਹੇ ਹਾਂ। ਉੱਥੇ ਜੇ ਬਿੱਲ ਜੇ ਚੁਣੇ ਆ ਨਾ, ਤੇ ਉੱਥੇ ਅੱਜ ਤੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ
ਚਾਹੇ यूपी ਦੀ ਸਰਕਾਰ ਰਹੀ ਹੈ, ਚਾਹੇ ਐਨਡੀਏ ਪਹਿਲੀ ਰਹੀ ਹੈ, ਆਪਣਾ ਵਾਜਪਾਈ ਜੀ ਦੀ ਵੀ ਸਰਕਾਰ ਰਹੀ ਹੈ, ਕਦੀ ਇਦਾਂ ਨਹੀਂ ਚੱਲਦਾ। ਹਮੇਸ਼ਾ ਸਰਕਾਰ ਜਿਹੜੀ ਸੀ ਆਪੋਜੀਸ਼ਨ ਦੀ ਗੱਲ ਪਹਿਲਾਂ ਸੁਣਦੀ ਸੀ ਵੀ ਆਪੋਜੀਸ਼ਨ ਵਾਲਾ ਕੀ ਕਹਿ ਰਿਹਾ, ਕਿਉਂਕਿ ਜਦੋਂ ਸਰਕਾਰ ਚੱਲਦੀ ਹੈ ਨਾ ਤੇ ਸਰਕਾਰ ਆਪਣੇ ਕੰਮਾਂ 'ਚ ਰੁੱਝੀ ਹੁੰਦੀ ਹੈ। ਧਰਾਤਲ ਦੀ ਜਿਹੜੀ ਜ਼ਿਆਦਾ ਜਾਣਕਾਰੀ ਹੈ, ਕਿਉਂਕਿ ਜਿਹੜਾ ਆਪੋਜੀਸ਼ਨ ਜਿਹੜਾ ਬਾਹਰ ਹੁੰਦਾ ਉਹ ਜ਼ਿਆਦਾ ਤੁਰਦਾ ਫਿਰਦਾ, ਕਿਉਂਕਿ ਉਹਨੂੰ ਟਾਈਮ ਨਹੀਂ। ਆਪੋਜੀਸ਼ਨ ਸਮਝਾ ਨਹੀਂ ਸਕੀ ਸਰਕਾਰ ਨੂੰ। ਨਹੀਂ ਫਿਰ ਉਹੀ ਗੱਲ ਯਾਰ, ਤੂੰ ਮੇਰੀ ਗੱਲ ਨਹੀਂ ਸੁਣ ਰਿਹਾ, ਮੈਂ ਤੈਨੂੰ ਨਹੀਂ ਸਮਝਾ ਪਾ ਰਿਹਾ, ਉਹ ਆਪੋਜੀਸ਼ਨ ਨੂੰ ਕਿੱਥੋਂ ਸਮਝਾਊਂਗਾ ਵੀ ਆਪੋਜੀਸ਼ਨ ਨੇ ਤੇਰੇ ਸਾਹਮਣੇ ਉੱਥੇ ਸਵਾਲ ਰੱਖੇ। ਹੁਣ ਸੰਵਿਧਾਨਿਕ ਰਾਈਟ ਆ ਸਾਡਾ ਸਾਡੀ ਗੱਲ ਸੁਣਨਾ, ਇਹਨਾਂ ਸੁਣੀ ਨਹੀਂ ਸੁਣੀ ਇਹਨਾਂ ਨੇ। ਰਾਜ ਸਭਾ ਦੇ ਵਿੱਚ ਕਾਨੂੰਨੀ ਹੱਕ ਆ ਵੀ ਜੇ ਕੋਈ ਬੰਦਾ ਇੱਕ ਵੀ ਐਮਪੀ ਉੱਠ ਕੇ ਕਹਿੰਦਾ ਜੀ VOTING ਕਰਨੀ ਹੈ ਤੇ VOTING ਕਰਾਉਣੀ ਪੈਂਦੀ ਹੈ। ਉੱਥੇ 8 ਐਮਪੀਆਂ ਨੇ ਉੱਠ ਕੇ ਕਿਹਾ, ਮਾਰਸ਼ਲ ਆ ਗਏ, ਉਹਨਾਂ ਦੇ ਮਾਰਸ਼ਲ ਲਾ ਕੇ ਵਾਇਸ ਵੋਟ ਕਰਕੇ ਕਾਨੂੰਨ ਸੰਵਿਧਾਨ ਇਹਨਾਂ ਤੋੜਿਆ ਨਹੀਂਗਾ। ਜੇ ਜਿਹੜੇ ਰਾਈਟ ਹੈ, ਜਿਹੜੇ ਅਧਿਕਾਰ ਨੇ ਖੇਤੀ ਕਾਨੂੰਨ ਨੇ, ਇਹ ਰਾਜਾਂ ਦੇ ਅਧਿਕਾਰ ਨੇ। ਹਰ ਰਾਜ ਦੀ ਵੱਖਰੀ ਪਰਿਸਥਿਤੀ ਹੈ, ਹਰ ਰਾਜ ਵੱਖਰੀ ਫਸਲ ਹੁੰਦੀ ਹੈ, ਹਰ ਰਾਜ ਦਾ ਮੌਸਮ ਦਾ ਫਰਕ ਹੈ, ਧਰਾਤਲ ਸਥਿਤੀ ਦਾ ਫਰਕ ਹੈ, ਮਤਲਬ ਫਸਲਾਂ ਦਾ ਫਰਕ ਹੈ, ਉਹਨਾਂ ਨੂੰ ਜਾਣਕਾਰੀ ਹੁੰਦੀ ਹੈ। ਇੱਕ ਦਿੱਲੀ 'ਚ ਬੈਠਾ ਕਿਵੇਂ ਡਿਸਾਈਡ ਕਰ ਲੂ ਸਾਰਾ ਕੁਝ? ਇਹਨਾਂ ਨੇ ਕੀ ਉਹ ਸੰਵਿਧਾਨ ਨੇ ਉੱਥੇ ਨਹੀਂ ਇਹਨਾਂ ਛਿੱਕੇ ਟੰਗਿਆ? ਵੇਖੋ ਮਸਲਾ ਇੱਥੇ ਸਮੀਜੀ ਇੰਨਾ ਹੈ ਕਿ ਇਹਨਾਂ ਨੇ 73 ਸਾਲ ਦੀ ਜਿਹੜੀ ਇੱਕ ਹਿਸਟਰੀ ਸੀ ਵੀ ਸੰਵਿਧਾਨ ਤੇ ਕਦੀ ਕਿਸੇ ਨੇ ਇਦਾਂ ਖਿਲਵਾੜ ਨਹੀਂ ਕੀਤਾ ਜਿੰਨਾ ਇਹਨਾਂ ਨੇ ਕੀਤਾ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਜੇ ਬਹੁਮਤ ਮਿਲ ਗਈ ਹੈ ਤੇ ਤੁਸੀਂ ਲੋਕਤੰਤਰ ਡੈਮੋਕ੍ਰੇਸੀ ਵਿੱਚ ਡਿਕਟੇਟਰਸ਼ਿਪ ਹੋ ਗਈ, ਡੈਮੋਕ੍ਰੇਸੀ ਖਤਮ ਕਰ ਦਿਓ। ਇਹ ਕਿੱਦਾਂ ਹੋ ਸਕਦਾ? ਪਰ ਉਹ ਤੇ ਅੱਜ ਵੀ 41 ਸਾਲ ਉਹਨਾਂ ਦੀ ਪਾਰਟੀ ਨੂੰ ਪੂਰੇ ਹੋਏ ਨੇ ਬੀਜੇਪੀ ਦੇ। ਉਹਨਾਂ ਨੇ ਕਿਹਾ ਜੀ ਕਿ ਦੂਸਰੀ ਪਾਰਟੀਆਂ ਸਿਰਫ ਇੱਕ ਵਰਗਲਾ ਰਹੀਆਂ, ਜਾਣ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਅਗਰ ਡਾਇਰੈਕਟ ਪੇਮੈਂਟ ਹੁੰਦੀ ਕਿਸਾਨਾਂ ਨੂੰ ਤੇ ਉਹਦਾ ਫਾਇਦਾ ਮਿਲੇਗਾ। ਦੇਖੋ ਕਿਸਾਨ ਨੂੰ ਜੇ ਸਿੱਧੀ ਪੇਮੈਂਟ ਹੋਵੇ, ਜੇ ਫਾਇਦਾ ਹੁੰਦਾ ਹੋਵੇ ਤੇ ਕਿਸਾਨ ਨੂੰ ਕੀ ਇਤਰਾਜ਼ ਹੈ? ਅਸੀਂ ਇੱਥੋਂ ਸਾਡੇ ਤੋਂ ਵੱਧ ਕਿਸਾਨ ਰੌਲਾ ਪਾ ਰਿਹਾ ਨਾ, ਸਾਰੇ ਵਿਰੋਧ ਇਸ ਚੀਜ਼ ਦਾ ਕਰ ਰਹੇ ਨਾ। ਆੜਤੀਏ ਦਾ ਤੇ ਕਿਸਾਨ ਦਾ ਬੜਾ ਚੰਗਾ ਨਾਤਾ ਹੈ। ਦੇਖੋ ਇਹਨਾਂ ਦੀ ਜੇ ਕੋਈ ਇਹਨਾਂ ਕੋਲ ਕੋਈ ਇਨਪੁਟਸ ਹੋਣਗੀਆਂ ਦੂਜੀਆਂ ਸਟੇਟਾਂ ਦੀਆਂ ਹੋ ਸਕਦੀਆਂ ਮਾੜੀਆਂ, ਯੂਪੀ ਦੀਆਂ ਹੋ ਸਕਦੀਆਂ, ਬਿਹਾਰ ਦੀਆਂ ਆੜਤੀਆਂ ਦੇ ਹੋ ਸਕਦੇ। ਸਾਡੇ ਪੰਜਾਬ ਦੇ ਆੜਤੀਏ ਦਾ ਇਦਾਂ ਦਾ ਹਾਲਾਤ ਨਹੀਂਗਾ। ਸਾਡੇ ਪੰਜਾਬ ਦੇ ਆੜਤੀਏ ਦਾ ਤੇ ਕਿਸਾਨ ਦਾ ਰਿਸ਼ਤਾ ਬਹੁਤ ਗਾੜਾ ਰਿਸ਼ਤਾ ਹੈ। ਇਹਦੇ 'ਚ ਸਵਾਏ ਇੰਟਰਸਟ ਤੋਂ ਉਹ ਕੋਈ ਇਹੋ ਜਿਹੀ ਮਤਲਬ ਉਹਨਾਂ ਨਾਲ ਧੋਖਾਧੜੀ ਨਹੀਂ ਕਰਦੇ ਜਿਹੜੀਆਂ ਦਾ ਇਹ ਗਣਾਉਂਦੇ ਨੇ ਕਿ ਆੜਤੀਆ ਖਾ ਜਾਂਦਾ, ਆੜਤੀਆ ਲੈ ਜਾਂਦਾ, ਲੁੱਟ ਲੈਂਦਾ। ਇਹੋ ਜਿਹਾ ਕੁਝ ਨਹੀਂ ਹੁੰਦਾ। ਇਹ ਜਿਹੜਾ ਰਿਸ਼ਤਾ ਇਹ ਖਤਮ ਹੋ ਜਾਊਗਾ। ਅੱਜ ਤੁਹਾਨੂੰ ਪਤਾ ਜਿਹੜੇ ਹਾਲਾਤ ਨੇ, ਆਰਥਿਕ ਤੌਰ ਤੇ ਅਸੀਂ ਬਹੁਤ ਥੱਲੇ ਆ, ਇਕਨੋਮੀ ਸਾਡੀ ਡਾਊਨ ਹੈ ਬਹੁਤ ਜ਼ਿਆਦਾ, ਰੁਪਈਏ ਦਾ ਮੁੱਲ ਕੋਈ ਨਹੀਂ ਹੈਗਾ, ਰੋਜ਼ਗਾਰ ਸਾਡੇ ਕੋਲ ਕੋਈ ਨਹੀਂ ਹੈਗਾ। ਕਿਸਾਨ ਦੀ ਵੇਲੇ ਕਵੇਲੇ ਦੀ ਬਾਂਹ ਜਿਹੜੀ ਆ ਉਹ ਆੜਤੀਆ ਬਣਦਾ ਹੈ। ਹੁਣ ਆੜਤੀਆ ਕਿੱਦਾਂ ਉਹਨੂੰ ਪੈਸੇ ਦੇ ਦੂਗਾ? ਮੈਨੂੰ ਗੱਲ ਦੱਸੋ। ਕੱਲ ਨੂੰ ਉਹਨੂੰ ਲੋੜ ਪੈ ਗਈ ਐਮਰਜੈਂਸੀ ਪੈਸਿਆਂ ਦੀ, ਕਿੱਥੋਂ ਦਊਗਾ ਆੜਤੀਆ ਪੈਸੇ ਉਹਨੂੰ? ਕਿਸਾਨ ਨੇ ਤੇ ਅਗਲੀ ਫਸਲ ਤੇ ਪਹਿਲਾਂ ਬਣੂਗਾ ਕਿ ਲੋਕਾਂ 'ਚ ਝਗੜੇ ਵਧਣਗੇ, ਲੜਾਈਆਂ ਵਧਣਗੀਆਂ। ਪਰ ਪੰਜਾਬ ਦੇ ਕੈਪਟਨ ਸਾਹਿਬ ਨੇ ਸਟੈਂਡ ਲਿਆ ਵੀ ਅਸੀਂ ਆੜਤੀਆ ਨਹੀਂ ਕਰਾਂਗੇ, ਕੁਝ ਵੀ ਹੋਵੇ ਭਾਵੇਂ ਪੇਮੈਂਟ। ਵੱਡਾ ਸਟੈਂਡ ਲਵੋਗੇ ਤੁਸੀਂ? ਲੈ ਲਿਆ, ਸੀਐਮ ਸਾਹਿਬ ਨੇ ਲਿਆ ਹੈ। ਸੀਐਮ ਸਾਹਿਬ ਦੇ ਪਹਿਲਾਂ ਕਿਸਾਨਾਂ ਦੇ ਨਾਲ ਨੇ। ਕਿਸਾਨੀ ਨੂੰ ਜਿੰਨਾ ਕੈਪਟਨ ਪਾਰਟੀਆਂ ਕਹਿੰਦੀ ਸੀ ਕਿਸਾਨਾਂ ਨੂੰ। ਇੱਕ ਗੱਲ ਦੱਸੋ ਨਾ ਜੀ, ਤੁਸੀਂ ਇੱਕ ਗੱਲ ਸਮਝੋ, ਕੈਪਟਨ ਅਮਰਿੰਦਰ ਸਿੰਘ ਜੀ ਕੋਲ ਐਗਰੀਕਲਚਰ ਡਿਪਾਰਟਮੈਂਟ, ਸ਼ੁਰੂ ਤੋਂ ਐਗਰੀਕਲਚਰ ਮਿਨਿਸਟਰ ਵੀ ਰਹੇ। ਐਗਰੀਕਲਚਰ ਡਿਪਾਰਟਮੈਂਟ ਉਹਨਾਂ ਨੇ ਆਪਣੇ ਕੋਲ ਰੱਖਿਆ, ਕਿਸੇ ਮੰਤਰੀ ਨੂੰ ਨਹੀਂ ਦਿੱਤਾ। ਆਪ ਉਹਦਾ ਧਿਆਨ ਰੱਖਦੇ ਹਰ ਗੱਲ ਦੇ ਉੱਤੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਡੇ 1 ਦੇ ਉੱਤੋਂ ਜਥੇਬੰਦੀਆਂ ਦਾ ਸਾਥ ਦਿੱਤਾ। ਜਿਹੜੀਆਂ ਬਾਕੀ ਗੱਲਾਂ ਕਰ ਰਹੀਆਂ ਨੇ ਨਾ, ਇਹਨਾਂ ਦੋਵਾਂ ਪਾਰਟੀਆਂ ਨੂੰ ਪੁੱਛ ਲਓ, ਅਕਾਲੀ ਦਲ ਨੂੰ ਪੁੱਛ ਲਓ, ਬਿੱਲ ਇਹਨਾਂ ਬਣਵਾਏ ਕਿ ਨਹੀਂ ਬਹਿ ਕੇ ਕੈਬਨਿਟ 'ਚ। ਇਹਨਾਂ ਦੇ ਉਦਣ ਬਿੱਲਾਂ ਤੋਂ ਅਸਤੀਫੇ ਉਦਣ ਪੰਜਾਬ ਕੋ ਜਵਾਬ ਮੰਗਣ ਦੇ ਸੀ। ਪੰਜਾਬ ਕੋ ਜਵਾਬ ਨਹੀਂ ਮੰਗਿਆ, ਪੰਜਾਬ ਇਹਨਾਂ ਨੂੰ ਜਵਾਬ ਦਊਗਾ। ਪੰਜਾਬ ਦੇਵੇਗਾ ਜਵਾਬ ਅਕਾਲੀ ਦਲ ਨੂੰ, ਫੇਰ ਦੇਵੇਗਾ ਬਾਈ 'ਚ, ਫਿਕਰ ਨਾ ਕਰਨੇ। ਇਹ ਸਮਝਦੇ ਵੀ ਸ਼ਾਇਦ ਅਸੀਂ ਅੱਜ ਕੱਲ੍ਹ ਪਤਾ ਕਿ ਅੱਗੇ ਸਮਝੀ ਹੁੰਦਾ ਸੀ ਕਿ ਖਬਰ ਲੱਗਦੀ ਅਖਬਾਰ 'ਚ, ਅਖਬਾਰ ਪਾੜ ਗਈ, ਗਵਾਚ ਗਈ, ਖਤਮ ਹੋ ਜਾਂਦੀ। ਹੁਣ ਦੇ ਅਗਲੇ ਬਰਾਬਰ ਦੋਵੇਂ ਚਲਾ ਦਿੰਦੇ। ਅੱਜ ਦੀ ਤੇ ਦੂਜੀ ਵੀ ਜਿਹੜੀ ਪਹਿਲਾਂ ਜਦੋਂ ਗੁਸੋਲੇ ਗਾਉਂਦੇ ਉਹ ਵੀ ਨਾਲ ਹੀ ਰੱਖਦੇ ਆ। ਹੁਣ ਲੋਕਾਂ ਨੂੰ ਭੁੱਲਦਾ ਨਹੀਂ, ਇਹ ਸਮਝਦੇ ਵੀ ਸ਼ਾਇਦ ਪੁਰਾਣਾ ਯੁੱਗ ਹੈ, ਯੁੱਗ ਬਦਲ ਗਿਆ ਵਾ। ਆਮ ਆਦਮੀ ਪਾਰਟੀ ਵੀ ਕਹਿ ਰਹੀ ਜੀ ਕਿ ਪੰਜਾਬ ਦੇਵੇਗਾ ਜਵਾਬ ਅਕਾਲੀ ਦਲ ਨੂੰ। ਹਾਂ, ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਜੀ ਕਿ ਕਾਂਗਰਸ ਜਿਹੜੀ ਹੈ ਅਕਾਲੀ ਦਲ ਦੇ ਜਿਹੜੇ ਇਕੱਠੇ ਫਿਕਸ ਮੈਚ ਖੇਲਦੀ ਵੀ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਪਾਰਟੀ ਕਹਿ ਰਹੀ ਹੈ ਕਿ ਅਕਾਲੀ ਦਲ ਕਾਂਗਰਸ ਫਿਕਸ ਮੈਚ ਖੇਲ ਰਹੇ। ਦੇਖੋ ਹਰ ਇੱਕ ਨੇ ਰਾਜਨੀਤੀ ਕਰਨੀ ਆ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਇਹਦੇ ਇਦਾਂ ਕੀਤਾ ਵੋਟਾਂ ਚੰਗੀਆਂ ਮਿਲ ਜਾਣ, ਉਹ ਗਲਤ ਨੇ। ਮੈਂ ਕੇਜਰੀਵਾਲ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਦੇਖੋ ਦਿੱਲੀ 'ਚ ਤੁਹਾਡੀ ਸਰਕਾਰ ਹੈ, 3 ਕਾਲੇ ਕਾਨੂੰਨ ਆਏ। ਇਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੀ ਵਿਰੋਧਤਾ ਕਰਦੇ ਹਾਂ। ਪਹਿਲੀ ਗੱਲ ਤੇ ਇਹਨਾਂ ਨੇ ਆਪਣੇ ਵਿਧਾਨ ਸਭਾ 'ਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ, ਪੰਜਾਬ 'ਚੋਂ ਸ਼ੁਰੂ ਹੋਈ, ਵਿਰੋਧ ਕੀਤਾ, ਵਿਧਾਨ ਸਭਾ 'ਚ ਪਾਸ ਕੀਤਾ, ਸਾਰੀਆਂ ਪਾਰਟੀਆਂ ਨੇ ਨਾਲ ਚੱਲੀਆਂ। ਤੇ ਜਦੋਂ ਤੱਕ ਰਾਜਪਾਲ ਨੂੰ ਦੇਣਾ ਸੀ ਉਦੋਂ ਤੱਕ ਇਕੱਠੇ ਸੀ, ਬਾਅਦ 'ਚ ਆ ਕੇ ਮੁੱਕਰ ਗਏ ਵੀ ਨਹੀਂ ਸਾਨੂੰ ਗਲਤੀ ਲੱਗ ਗਈ। ਪਹਿਲੀ ਗੱਲ ਤੇ ਇਹ ਦੋਵੇਂ ਮੁੱਕਰੇ ਕਿਉਂ? ਜਦੋਂ ਤੁਸੀਂ ਵਿਧਾਨ ਸਭਾ 'ਚ ਸਾਰੀ ਗੱਲ ਮੰਨ ਗਏ ਕਿ ਪੰਜਾਬ ਦੀ 'ਚ ਕਿ ਇਹ ਠੀਕ ਹੈ ਸਾਰਾ ਕੁਝ, ਨੰਬਰ 1। ਨੰਬਰ 2, ਕੇਜਰੀਵਾਲ ਸਾਹਿਬ ਕਦੀ ਤੇ ਰੈਲੀ ਕਰਦੇ ਆ ਜੀਂਦ 'ਚ ਜਾ ਕੇ, ਹਰਿਆਣੇ 'ਚ ਕਦੀ ਕਰਦੇ ਆ, ਪੰਜਾਬ 'ਚ ਬੋਲ ਆ ਕੇ, ਕਦੀ ਯੂਪੀ ਚਲੇ ਜਾਂਦੇ ਆ। ਦਿੱਲੀ 'ਚ ਕਿੱਦਣ ਇਹਨਾਂ ਨੇ ਰੈਲੀ ਰੱਖੀ ਦੇ ਅਗੇਂਸਟ ਮੈਨੂੰ ਦੱਸਣ ਇੱਕ ਵੀ। ਜਿੱਦਣ ਪੰਜਾਬ ਬੰਦ ਹੁੰਦਾ, ਜਿੱਦਣ ਕਿਸਾਨ ਜਥੇਬੰਦੀਆਂ ਕਾਲ ਕਰਦੀਆਂ ਨੇ, ਦਿੱਲੀ ਕਦੀ ਬੰਦ ਨਹੀਂ ਹੋਈ। ਅਸੀਂ ਉੱਥੇ ਧਰਨਾ ਦੇ ਰਹੇ ਹਾਂ, ਅਸੀਂ ਕੇਜਰੀਵਾਲ ਦੀ ਕੌਂਸਟੀਚੁਐਂਸੀ ਦੇ ਅੰਦਰ ਬੈਠੇ ਹਾਂ। ਦਿੱਲੀ ਇੱਕ ਦਿਨ ਵੀ ਕੇਜਰੀਵਾਲ ਨੇ ਬੰਦ ਨਹੀਂ ਕਰਾਈ। ਐਸੈਂਸ਼ੀਅਲ ਕਮੋਡਿਟੀ ਐਕਟ ਸਿੱਧਾ ਪ੍ਰਭਾਵਿਤ ਕਰਨਾ ਹੈ ਅਰਬਨ ਏਰੀਏ ਨੂੰ, ਜਿਹਦਾ ਕਿਸਾਨੀ ਨਾਲ ਕੋਈ ਵਾਸਤਾ ਨਹੀਂਗਾ, ਉਹਦੀ ਜੇਬ 'ਚੋਂ ਪੈਸੇ ਖਿੱਚ ਕੇ ਖੜਨੇ ਉਹਨਾਂ ਨੇ। ਕਿਸਾਨ ਨੇ ਤੇ ਇੱਕ ਵਾਰੀ ਵੇਚਣੀ, ਉਹ ਤੇ ਇਹ ਕਲਪਨਾ ਕਿ ਮੇਰਾ ਰੇਟ ਨਾ ਘੱਟ ਮਿਲੇ। ਤੇ ਜਿਨ੍ਹਾਂ ਨੇ ਲੈਣੀ ਆ
ਕਿਸਾਨ ਦੀ ਵੇਚੀ ਜ਼ਮੀਨ ਉਹਨੂੰ 10-10 ਗੁਣਾ ਵੱਧ ਕੀਮਤ ਉਹਨਾਂ ਨੂੰ ਦੇਣੀ ਇਹਨਾਂ ਨੇ। ਜੇ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਲੈ ਕੇ ਆਏ ਆ ਉਹਦੇ ਤੇ ਕੇਜਰੀਵਾਲ ਸਾਹਿਬ ਚੁੱਪ। ਕੇਜਰੀਵਾਲ ਸਾਹਿਬ ਨੇ ਦਿੱਲੀ ਇੱਕ ਦਿਨ ਦੱਸ ਦੇਣ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਵੀ ਜੇ ਇੱਕ ਦਿਨ ਵੀ ਦਿੱਲੀ 'ਚ ਕੋਈ ਐਜੀਟੇਸ਼ਨ ਕੀਤਾ ਹੋਵੇ ਇਹਦੇ ਅਗੇਂਸਟ, ਏਡਾ ਵੱਡਾ ਮੈਂਡੇਟਾ ਹੋਵੇ ਤੇ ਦਿੱਲੀ 'ਚੋਂ ਸਾਰੀ ਗੱਲ ਸ਼ੁਰੂ ਹੁੰਦੀ ਹੋਵੇ, ਅਸੀਂ ਵੀ ਤਾਂ ਦਿੱਲੀ ਬੈਠੇ ਆ ਨਾ, ਇੱਕ ਦਿਨ ਬਾਹਰ ਆ ਕੇ ਧਰਨਾ ਦਿੱਤਾ ਹੋਵੇ ਇਹਨਾਂ ਨੇ। ਇੱਕ ਇਹ ਤਾਂ ਨਹੀਂ ਕਿ ਵੀ ਤੁਸੀਂ 400 ਕਿਲੋਮੀਟਰ ਇੱਧਰ ਕਿਸਾਨ ਇਕੱਠੇ ਕਰਕੇ ਭੋਲੇ ਭਾਲੇ ਸਰਕਾਰਾਂ ਨੂੰ ਗਾਲਾਂ ਕੱਢ ਕੇ ਇਕੱਠੇ ਕਰ ਲਓ। ਬਹੁਤ ਜ਼ਿਆਦਾ ਹੈਲਪ ਕਰ ਰਹੇ ਉਹਨਾਂ ਵਾਸਤੇ, ਪਾਣੀ ਦੀ ਸੁਵਿਧਾ, ਵਾਈਫਾਈ ਦੀ ਸੁਵਿਧਾ ਦੱਸ ਦਿੱਤੀ ਆ ਵੀ ਇਹ ਤੇ ਉਹਨਾਂ ਨੇ ਇਕੱਠ ਕੀਤਾ ਜਥੇਬੰਦੀਆਂ ਨੇ, ਤੁਸੀਂ ਤਾਂ ਨਹੀਂ ਕੋਈ ਕੀਤਾ, ਜਥੇਬੰਦੀਆਂ ਬੈਠੀਆਂ ਨੇ। ਤੁਸੀਂ ਕੀ ਕੀਤਾ? ਤੁਸੀਂ ਦਿੱਲੀ 'ਚ ਦੱਸੋ ਨਾ। ਮੈਂ ਫੇਰ ਸਵਾਲ ਕਰਦਾ ਹਾਂ, ਦਿੱਲੀ ਸਰਕਾਰ ਆ, ਤੁਹਾਡੇ 70 ਦੇ ਕਰੀਬ ਐਮਐਲਏ, 68 ਕਰੀਬ ਐਮਐਲਏ ਉੱਥੇ ਬਣਦੇ ਨੇ, ਉੱਥੇ ਤੁਸੀਂ ਕੀ ਕੀਤਾ? ਉੱਥੇ ਤੁਸੀਂ ਇੱਕ ਦਿਨ ਵੀ ਕੋਈ ਬੂਥ ਲੈਵਲ ਤੇ ਕੋਈ ਐਜੀਟੇਸ਼ਨ ਕਰਾਏ? ਸਾਡੀ ਪਾਰਟੀ ਨੇ ਤੇ ਰੋਡ ਸ਼ੋਅ ਸਭ ਤੋਂ ਪਹਿਲਾਂ ਅਸੀਂ ਕੀਤੇ। ਰਾਹੁਲ ਗਾਂਧੀ ਜੀ ਆਏ, ਕੈਪਟਨ ਸਾਹਿਬ, ਅਸੀਂ ਟਰੈਕਟਰ ਮਾਰਚ ਕੱਢੇ। ਉਸ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਪੁਤਲੇ ਫੂਕੇ, ਬਲਾਕ ਲੈਵਲ ਤੇ ਐਜੀਟੇਸ਼ਨ ਕੀਤੇ, ਪੰਜਾਬ ਪੱਧਰ ਤੇ ਕੀਤੇ। ਇਹ ਸਾਨੂੰ ਇਹ ਦੱਸਣ ਵੀ ਜਿੱਥੇ ਇਹਨਾਂ ਦੀ ਸਰਕਾਰ ਸੀ, ਇਹਨੂੰ ਛੱਡ ਦਿਓ ਤੁਸੀਂ, ਪੰਜਾਬ 'ਚ ਇਹਨਾਂ ਨੇ ਕੀਤਾ, ਉੱਥੇ ਕੀ ਕੀਤਾ? ਉੱਥੇ ਤੇ ਸਵਾਏ ਸਿੰਘੂ ਦੇ ਲਾਗੇ ਤੁਸੀਂ ਲੰਗਰ ਲਾ ਕੇ ਉਹਦੇ ਨਾਲ ਨਾ ਰਲੋ। ਤੁਸੀਂ ਇਹ ਦੱਸੋ ਵੀ ਦਿੱਲੀ ਦੇ ਵਿੱਚ ਜਿੱਥੇ ਦਿਲ ਆ, ਜਿੱਥੋਂ ਕਾਨੂੰਨ ਬਣਦਾ ਆ, ਜਿੱਥੇ ਅਮਿਤ ਸ਼ਾਹ ਬੈਠਾ, ਜਿੱਥੇ ਮੋਦੀ ਬੈਠਾ ਆ, ਕੇਜਰੀਵਾਲ ਸਾਹਿਬ ਨੇ ਉੱਥੇ ਕੀਤਾ। ਇਹ ਰਲੇ ਸੀ, ਇਹਨਾਂ ਨੂੰ ਸ਼ਾਇਦ ਸੀ ਇਹਨੂੰ ਛੱਡ ਦੇਣਗੇ। ਉਹਨਾਂ ਦਿੱਲੀ ਵੀ ਇਹਨੂੰ ਵੀ ਕਲਰਕ ਬਣਾਤਾ ਵਿਚਾਰੇ ਨੂੰ, ਉੱਥੇ ਕੇਜਰੀਵਾਲ ਨੂੰ ਵੀ ਕਲਰਕ ਬਣਾਤਾ ਉਹਦੀਆਂ ਪਾਵਰਾਂ ਲੈ ਕੇ, ਕਿਉਂਕਿ ਉਹ ਡਿਕਟੇਟਰ ਨੇ, ਉਹ ਆਪਣਾ ਨਿਸ਼ਾਨਾ ਸਿੱਧਾ ਰੱਖਦੇ ਆ। ਇਹਨੇ ਉਹਨਾਂ ਨੂੰ ਦਿਖਾਇਆ ਕਿ ਵੇਖੋ ਮੈਂ ਨਹੀਂ ਤੁਹਾਡੇ ਉਲਟ ਹੈਗਾ, ਮੈਂ ਸਿਰਫ ਚਲੋ ਮੇਰਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇੱਥੋਂ ਦੇ ਵਰਕਰ ਹੋਣਗੇ ਆਮ ਆਦਮੀ ਪਾਰਟੀ ਦੇ, ਉਹ ਕਿਸਾਨਾਂ ਦਾ ਸਾਥ ਦੇਣਾ ਚਾਹੁੰਦੇ ਨੇ, ਉਹ ਦਿੰਦੇ ਵੀ ਨੇ। ਉਹਨਾਂ ਦੀ ਬਦੌਲਤ ਇਹ ਆਇਆ ਉੱਥੋਂ ਉੱਠ ਕੇ। ਮੈਂ ਫਿਰ ਸਵਾਲ ਕਰਦਾ ਕਿ ਮੁੱਖ ਮੰਤਰੀ ਉੱਥੇ ਕਿੱਥੇ ਸੀ? ਅਕਾਲੀ ਦਲ ਵਾਲੇ ਉਦਣ ਕਿੱਥੇ ਸੀ ਬੀਬਾ ਜੀ, ਜਿੱਦਣ ਇੱਥੇ ਆ ਕੇ ਚਿੱਠੀਆਂ ਵਿਖਾਉਂਦੇ ਸੀ ਆ ਸਾਨੂੰ ਤੋਮਰ ਸਾਹਿਬ ਨੇ ਵਿਸ਼ਵਾਸ ਦੇ ਦਿੱਤਾ ਨਹੀਂ ਟੁੱਟੂਗੀ, ਉਦਣ ਕਿੱਥੇ ਸੀ? ਜਿੱਦਣ ਕਿਸਾਨਾਂ ਨੇ ਕਿਹਾ, ਜਿੱਦਣ ਕਿਸਾਨਾਂ ਨੇ ਬਕਾਵਾ, ਏਡੇ ਨਿਆਣੇ ਸਾਰਾ ਪੰਜਾਬ ਲੁੱਟ ਕੇ ਖਾ ਕੇ ਤੇ ਇਹਨਾਂ ਨੂੰ ਬਕਾ ਲੂਗਾ ਕੋਈ? ਇਹਨਾਂ ਨੂੰ ਜਿਹੜੇ 300 ਬੱਸ ਦਾ ਫਲੀਟ ਚਲਾਉਂਦੇ ਆ, ਜਿਨ੍ਹਾਂ ਨੂੰ ਇਹ ਪਤਾ ਵੀ ਸੁੱਖ ਵਿਲਾਸ ਮੈਂ ਉੱਥੇ ਬਣਾਉਣਾ ਆ, ਇਹਨਾਂ ਨੂੰ ਲੁੱਟ ਲੂ ਕੋਈ? ਯਾਰ ਕਮਾਲ ਆ ਯਾਰ, ਇਹਨਾਂ ਨੂੰ ਬਕਾ ਲੂਗਾ ਕੋਈ? ਇਹ ਕਹਿ ਰਹੇ ਜੀ ਇਹ ਭੋਲੇ ਭਾਲੇ ਲੋਕਾਂ ਨਾਲ ਫੇਰ ਖੇਡਣਾ ਚਾਹੁੰਦੇ ਆ, ਉਹਨਾਂ ਦੀ ਮਾਸਕਾਂ ਨੂੰ ਫੇਰ ਖੇਡਣਾ ਚਾਹੁੰਦੇ ਆ ਇਹ ਗੱਲਾਂ ਕਰਕੇ। ਪਰ ਇਹਨਾਂ ਨੂੰ ਮੈਂ ਫੇਰ ਕਹਿਣਾ ਹੈ, ਯੁੱਗ ਬਦਲ ਗਿਆ। ਤੁਹਾਡੀਆਂ ਸਾਰੀਆਂ ਵੀਡੀਓ ਬਰਾਬਰ ਚੱਲਦੀਆਂ ਨੇ, ਜਿਹੜੇ ਤੁਸੀਂ ਸੋਲੇ ਗਾਉਂਦੇ ਸੀ ਉਹਨਾਂ ਦੇ। ਸਿਰਫ ਇਹ ਉਦਣ ਪਛਾਣ ਹਟੇ ਆ ਜਿੱਦਣ ਉਹਨਾਂ ਨੇ ਕਿਹਾ ਵੀ ਤੁਹਾਡਾ ਘਰ ਵੀ ਘੇਰਤਾ ਇਹਨਾਂ ਨੇ ਲੰਬੀ ਪੈ ਕੇ। ਘਰ ਵੀ ਇਹਨਾਂ ਦਾ ਘੇਰਿਆ। ਉਹਨਾਂ ਨੇ ਕਿਹਾ ਤੁਹਾਡੀ ਕੇਬਲ ਨਹੀਂ ਚੱਲਣ ਦੇਣੀ, ਤੁਹਾਡੀ ਬੱਸ ਨਹੀਂ ਚੱਲਣ ਦੇਣੀ, ਤੁਹਾਡੇ ਸਾਰੇ ਹੋਟਲ ਬੰਦ ਕਰਾਵਾਂਗੇ। ਇਹ ਛੱਡ ਕੇ ਤਦ ਭੱਜੇ। ਇਹਨਾਂ ਨੂੰ ਕਰੋੜਾਂ ਰੁਪਏ ਆਮਦਨ ਹੈ ਦਿਹਾੜੀ ਦੀ। ਇਹ ਪੰਜਾਬ ਨਾਲ ਨਹੀਂ ਭੱਜੇ। ਇਹ ਪੰਜਾਬ ਮੰਗਦਾ ਜਵਾਬ ਹੈ ਨਾ, ਉਹ ਤੇ ਮੰਗ ਲੂਗਾ, ਦੇ ਦਾਂਗੇ 22 ਚ। ਪਰ ਪੰਜਾਬ ਤੁਹਾਨੂੰ ਫੇਰ ਦੇਵੇਗਾ ਜਵਾਬ, ਜਿਹੜਾ ਪਹਿਲਾਂ ਦਿੱਤਾ ਸੀ ਉਹ ਐਤਕੀ ਵੀ ਦੇਵੇਗਾ ਜਵਾਬ। ਐਮਪੀ ਗੁਰਜੀਤ ਸਿੰਘ ਔਜਲਾ ਕਹਿੰਦੇ ਨੇ ਕਿ ਪੰਜਾਬ ਮੰਗਦਾ ਜਵਾਬ ਨਹੀਂ, ਪੰਜਾਬ ਦੇਵੇਗਾ ਜਵਾਬ। ਤਾਂ ਕੇਜਰੀਵਾਲ ਨੂੰ ਵੀ ਸਿੱਧਾ ਚੈਲੰਜ ਕਰਦੇ ਨਜ਼ਰ ਆਏ ਨੇ ਕਿ ਉਹਨੇ ਦਿੱਲੀ ਵਿੱਚ ਕੀ ਕੀਤਾ ਹੈ। ਪਰ ਸਿੱਧੇ ਤੌਰ ਤੇ ਕਿ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ।